ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਚੈਨਲ ਤੇ ਮੈਂ ਹਾਂ ਹਰਸ਼ਪਾਲ ਸੰਧੂ। ਅੱਜ ਸਾਡੇ ਨਾਲ ਮੌਜੂਦ ਨੇ ਸਿੱਖ ਮਸਲਿਆਂ ਅਤੇ ਰਾਜਨੀਤਿਕ ਮੁੱਦਿਆਂ ਦੇ ਉੱਗੇ ਵਿਦਵਾਨ ਐਡਵੋਕੇਟ ਉਪਜੀਤ ਸਿੰਘ ਬਰਾੜ। ਸੋ ਬਰਾੜ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸੰਧੂ ਸਾਹਿਬ ਜੀ। ਡਾਕਟਰ ਬਰਾੜ ਸਾਹਿਬ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ 'ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਜੀ। ਸੁਪਰੀਮ ਕੋਰਟ ਨੇ ਰਾਜਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ ਸੰਧੂ ਸਾਹਿਬ, ਸਿੱਖ ਕੌਮ ਬਹੁਤ ਜ਼ਿਆਦਾ ਆਸਵਾਨ ਸੀਗੀ ਵੀ ਸੁਪਰੀਮ ਕੋਰਟ ਸਰਦਾਰ ਬਲਵੰਤ ਸਿੰਘ ਰਾਜੋਆਣਾ, ਜਿਹੜੇ ਕਿ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਹੋਇਆ, ਵੀ ਇਹਨਾਂ ਦੀ ਜਿਹੜੀ ਇਹਨਾਂ ਦੀ ਸਜ਼ਾ ਬਦਲ ਕੇ ਰਿਹਾ ਕਰਨ ਦੀ ਵੀ ਗੱਲ ਕਰਨਗੇ। ਪਰ ਸਿੱਖ ਕੌਮ ਨੂੰ ਬੜਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਹ ਕੱਲ੍ਹ ਪਤਾ ਲੱਗਿਆ ਵੀ ਸੁਪਰੀਮ ਕੋਰਟ ਨੇ ਜਿਹੜੀ ਇਹਨਾਂ ਦੀ ਅਪੀਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਈ ਸੀਗੀ, ਉਹ ਖਾਰਜ ਕਰ ਦਿੱਤੀ ਹੈ। ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਰਾਜੀਵ ਗਾਂਧੀ ਦਾ ਜਿਹੜਾ ਮਰਡਰ ਦੇ ਵਿੱਚ ਜਿਹੜੇ ਸ਼ਾਮਲ ਸੀਗੇ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀਗਾ ਸੁਪਰੀਮ ਕੋਰਟ ਵੱਲੋਂ। ਤੇ ਇਸ ਤਰ੍ਹਾਂ ਹੀ ਭਾਰਤ ਸਰਕਾਰ ਦੇ ਵੱਲੋਂ ਵੀ ਕਈ ਅਜਿਹੇ ਫੈਸਲੇ ਆਏ ਜਿਹੜੇ ਗੁਜਰਾਤ ਦੇ ਵਿੱਚ ਬਿਕਲਸ ਬਾਨੋ ਦੇ ਕੇਸ ਦੇ ਵਿੱਚ ਸ਼ਾਮਲ ਸੀਗੇ, ਜਿਹੜੇ ਬਲਾਤਕਾਰ ਦੇ ਵੀ ਦੋਸ਼ੀ ਸੀਗੇ, ਕਤਲਾਂ ਦੇ ਵੀ ਦੋਸ਼ੀ ਸੀਗੇ, ਉਹ ਵੀ 15 ਅਗਸਤ ਵਾਲੇ ਦਿਨ ਰਿਹਾ ਕਰਤੇ ਗਏ ਸੀਗੇ। ਪਰ ਇਹ ਸਿੱਖ ਕੌਮ ਦੇ ਨਾਲ ਜੋ ਹੋ ਰਿਹਾ ਹੈ, ਜਿਸ ਤਰ੍ਹਾਂ ਇਹ ਹੋਇਆ, ਉਹ ਤੋਂ ਸਿੱਖ ਕੌਮ ਬਹੁਤ ਮਾਯੂਸ ਆ ਤੇ ਬਹੁਤ ਉਹਨਾਂ ਦੇ ਦਿਲਾਂ ਨੂੰ ਠੇਸ ਵੀ ਲੱਗੀ ਇਸ ਗੱਲ ਤੇ। ਇਹ ਨਹੀਂ ਹੋਣਾ ਚਾਹੀਦਾ ਸੀਗਾ, ਕਿਉਂਕਿ ਸਾਰੀ ਕੌਮ ਆਸ ਰੱਖਦੀ ਸੀਗੀ। ਕੌਮ ਤਾਂ ਵੈਸੇ ਸਾਰੇ ਬੰਦੀ ਸਿੰਘਾਂ ਦੀ ਆਸ ਰੱਖ ਰਹੀ ਸੀ, ਪਰ ਇਸ ਕੇਸ ਤੇ ਜ਼ਿਆਦਾ ਨਿਗਾਹ ਰੱਖੀ ਵੀ ਸੀਗੀ ਕਿਉਂਕਿ ਸੁਪਰੀਮ ਕੋਰਟ ਕੋਲ ਇਹ ਕੇਸ ਚੱਲ ਰਿਹਾ ਸੀਗਾ ਜੀ। ਸੋ ਬਰਾੜ ਸਾਹਿਬ, ਸੁਪਰੀਮ ਕੋਰਟ ਵੱਲੋਂ ਸਜ਼ਾ ਦੀ ਤਬਦੀਲੀ ਦੇ ਵਿੱਚ ਕਿਉਂ ਇਨਕਾਰ ਕਰ ਦਿੱਤਾ ਗਿਆ? ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜੀ? ਇਹ ਸੰਧੂ ਸਾਹਿਬ, ਇਹ ਜਿਹੜਾ ਵਰਤਾਰਾ ਕੋਈ ਸਿੱਖਾਂ ਦੇ ਨਾਲ ਨਵਾਂ ਨਹੀਂ ਹੈ। ਸਿੱਖਾਂ ਨੂੰ ਲੰਮੇ ਸਮੇਂ ਤੋਂ ਹੀ ਜਿਹੜਾ ਬੇਇਨਸਾਫੀਆਂ ਦਾ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਤੱਕ ਇੱਥੋਂ ਤੱਕ ਇਸ ਤੋਂ ਪਹਿਲਾਂ ਵੀ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਕੇਸ ਆ, ਉਹਨੂੰ ਪਹਿਲਾਂ ਕੈਪੀਟਲ ਪੁਨਿਸ਼ਮੈਂਟ ਜਦੋਂ ਹੋਈ ਆ, ਫਾਂਸੀ ਦੀ ਸਜ਼ਾ ਹੋਈ ਆ। ਤੁਸੀਂ ਹੈਰਾਨ ਹੋਵੋਗੇ ਵੀ ਉਹ ਜਿਹੜੇ 3 ਜੱਜਾਂ ਦਾ ਫੈਸਲਾ ਸੀਗਾ, ਉਹਦੇ ਇੱਕ ਜੱਜ ਉਹਨਾਂ ਨੂੰ ਸ਼ਰੇਆਮ ਬਰੀ ਕਰ ਰਿਹਾ ਸੀਗਾ ਤੇ 2 ਜੱਜਾਂ ਨੇ ਜਿਹੜਾ ਸੀਗਾ ਉਹ ਫੈਸਲਾ ਦਿੱਤਾ ਤੇ ਉਹਨਾਂ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਸੀਗਾ। ਪਰ ਉਹਦੇ 'ਚ ਜਿੰਨੇ ਵੀ ਗਵਾਹ ਸੀਗੇ, ਕੋਈ ਵੀ ਇਸ ਨੂੰ ਪ੍ਰੂਵ ਨਹੀਂ ਕਰ ਸਕਿਆ ਸੀਗਾ ਵੀ ਦਵਿੰਦਰਪਾਲ ਭੁੱਲਰ ਉਸ ਕੇਸ 'ਚ ਸ਼ਾਮਲ ਸੀਗਾ। ਪਰ ਕੇਵਲ ਜੋ ਥਾਣੇ ਦੇ ਵਿੱਚੋਂ ਤੇ ਮਤਲਬ ਸਾਈਨ ਕਰਵਾਏ ਜਾਂਦੇ ਆ ਥਾਣੇ 'ਤੇ। ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਵੀ ਬੰਦਾ ਥਾਣੇ ਦੀ ਪੁਲਿਸ ਦੀ ਗ੍ਰਿਫਤ 'ਚ ਹੁੰਦਾ, ਉਹ 'ਤੇ ਹਜ਼ਾਰਾਂ ਕਾਗਜ਼ਾਂ 'ਤੇ ਸਾਈਨ ਕਰਾ ਲੈਂਦੇ ਆ। ਉਹਦਾ ਕਨਫੈਸ਼ਨ ਦੇ ਉਸ 'ਤੇ ਹੀ ਉਹਨੂੰ ਸਜ਼ਾ ਕੀਤੀ ਗਈ ਸੀਗੀ। ਉਹ ਕੇਸ ਦੇ ਲੰਮਾ ਸਮਾਂ ਚੱਲਿਆ। ਉਸ ਕੇਸ ਦੇ ਵਿੱਚ ਵੀ ਜਦੋਂ ਉਹਨਾਂ ਦੀ ਸਜ਼ਾ ਜਿਹੜੀ ਸੀਗੀ, ਉਹ ਬਾਅਦ ਦੇ ਵਿੱਚ ਕੇਂਦਰ ਨੇ ਵੀ ਕਹਿਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਉਮਰ ਕੈਦ ਦੇ ਵਿੱਚ ਚੇਂਜ ਹੋ ਗਈ। ਪਰ ਜਿਹੜੀ ਉਹਨਾਂ ਦੀ ਰਿਹਾਈ ਦੀ ਪਟੀਸ਼ਨ ਆ, ਉਹ ਦਿੱਲੀ ਸਰਕਾਰ ਕੋਲ ਪੈਂਡਿੰਗ ਪਈ ਆ, ਉਹ 'ਤੇ ਵੀ ਸਾਈਨ ਨਹੀਂ ਕਰ ਸਕੇ, ਉਹਨੂੰ ਰਿਹਾ ਵੀ ਨਹੀਂ ਕਰ ਸਕੇ, ਹਾਲਾਂਕਿ ਬੜੇ ਵਾਅਦੇ ਹੋਏ ਆ। ਸੋ ਮੈਂ ਇਹ ਸਮਝ ਰਿਹਾ ਵੀ ਸਿੱਖ ਕੌਮ ਦੇ ਨਾਲ ਹਰ ਥਾਂ ਤੇ ਵਿਤਕਰਾ ਹੋ ਰਿਹਾ ਹੈ ਤੇ ਬਲਵੰਤ ਸਿੰਘ ਰਾਜੋਆਣਾ ਦਾ ਫੈਸਲਾ ਵੀ ਉਸੇ ਕੜੀ ਦਾ ਇੱਕ ਹਿੱਸਾ ਹੈ, ਕੋਈ ਨਵੀਂ ਗੱਲ ਨਹੀਂ ਹੈਗੀ ਇਹ ਜੀ। ਬਰਾੜ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ ਸਿੱਖਾਂ ਦੇ ਨਾਲ, ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਲਵੰਤ ਸਿੰਘ ਰਾਜੋਆਣਾ ਦਾ ਹਾਲੇ ਤੱਕ ਦਇਆ ਪਟੀਸ਼ਨ ਤੇ ਫੈਸਲਾ ਹਾਲੇ ਤੱਕ ਕਿਉਂ ਨਹੀਂ ਲਿਆ ਜਾ ਸਕਿਆ ਜੀ? ਇਹ ਦੇਖੋ, ਇਹ ਬਹੁਤ ਹੀ ਨਮੋਸ਼ੀ ਭਰਿਆ, ਕਿਉਂਕਿ ਜਿਹੜਾ ਗ੍ਰਹਿ ਮੰਤਰਾਲੇ ਦਾ ਜਿਹੜਾ ਬਿਆਨ ਆ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਦਿਆ ਉਹਨਾਂ ਨੇ ਵੀ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਹਾਲਾਤ ਸਾਨੂੰ ਇਹਦਾ ਅਲਾਓ ਨਹੀਂ ਕਰਦੇ ਵੀ ਅਸੀਂ ਅਜੇ ਇਸ ਮੌਕੇ ਤੇ ਫੈਸਲਾ ਲੈ ਸਕੀਏ, ਜਿਹੜੀ ਉਹਨਾਂ ਨੇ ਗੱਲ ਕਹੀ ਆ। ਜਦੋਂ ਕਿ ਹਾਲਾਂਕਿ ਇੱਥੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ 500 ਸਾਲਾ ਸੀਗਾ ਦਿਵਸ, 550 ਸਾਲਾ ਦਿਵਸ ਸੀਗਾ, ਉਰੇ ਮਨਾਇਆ ਗਿਆ ਸੁਲਤਾਨਪੁਰ ਲੋਧੀ ਦੇ ਵਿੱਚ। ਉੱਥੇ ਸਿੱਖ ਕੌਮ ਨੂੰ ਬੜੀ ਆਸ ਸੀ ਕਿ ਮੋਦੀ ਸਾਹਿਬ ਵਾਅਦਾ ਕਰਕੇ ਗਏ ਸੀਗੇ ਵੀ ਮੈਂ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਗੱਲ ਕਰੂੰਗਾ। ਪਰ ਉਹਦੀ ਬੜਾ ਨਮੋਸ਼ੀ ਹੋਈ ਜਦੋਂ ਪਾਰਲੀਮੈਂਟ ਦੇ ਵਿੱਚ ਬਾਅਦ ਦੇ ਵਿੱਚ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਵੀ ਅਜਿਹਾ ਕੋਈ ਵੀ ਫੈਸਲਾ ਕਿਸੇ ਵੀ ਬੰਦੀ ਸਿੰਘ ਬਾਰੇ ਨਹੀਂ ਕੀਤਾ ਜਾ ਰਿਹਾ। ਤੇ ਹੁਣ ਉਸ ਤੋਂ ਪਹਿਲਾਂ ਵੀ ਦੇਖੋ, ਕਈ ਵਾਰ ਇੱਕ ਭਾਈ ਗੁਰਬਖਸ਼ ਸਿੰਘ ਸੀਗੇ, ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੜਾ ਮੋਰਚਾ ਲਾਇਆ ਸੀਗਾ। ਸਰਕਾਰ ਨੇ ਉਸ ਤੋਂ ਬਾਅਦ ਥੋੜ੍ਹੀ ਬਹੁਤੀ ਪਰੋਲ ਦੇਣੀ ਸ਼ੁਰੂ ਕੀਤੀ, ਪਰ ਉਹ 'ਤੇ ਵੀ ਕੋਈ ਜਿਹੜਾ ਅਸਲੀ ਫੈਸਲਾ ਨਹੀਂ ਲੈ ਸਕੇ। ਬਾਅਦ 'ਚ ਉਹਨਾਂ ਦੀ ਵੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਸੀ, ਇੱਕ ਭਾਈ ਗੁਰਬਖਸ਼ ਸਿੰਘ ਦੀ। ਤੇ ਇਸੇ ਤਰੀਕੇ ਗੱਲ ਹੁਣ ਫੇਰ ਇਨਸਾਫ ਲਈ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਮੋਹਾਲੀ 'ਚ ਲੰਮੇ ਸਮੇਂ ਤੋਂ, ਤੇ ਬੜੀ ਆਸ ਸੀਗੀ
ਵੀ ਆ ਸੁਪਰੀਮ ਕੋਰਟ ਸ਼ਾਇਦ ਕੋਈ ਵਧੀਆ ਫੈਸਲਾ ਦਊਗੀ, ਪਰ ਬੜੀ ਨਮੋਸ਼ੀ ਹੋ ਰਹੀ ਆ ਦੁਨੀਆ ਭਰ ਦੇ ਸਿੱਖਾਂ ਨੂੰ ਹੋ ਰਹੀ ਆ ਵੀ ਇਹ ਸਿੱਖਾਂ ਨਾਲ ਕਿਉਂ ਹੋ ਰਿਹਾ, ਬਾਕੀਆਂ ਨਾਲ ਕਿਉਂ ਨਹੀਂ ਹੈ। ਜਦੋਂ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਆ, ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ, ਬਿਕਲਿਸ ਬਾਨੋ ਦੇ ਰਿਹਾ ਕੀਤਾ ਜਾ ਸਕਦਾ, ਤਾਂ ਸਿੱਖ ਕੌਮ ਵਾਲਿਆਂ ਨੂੰ ਕਿਉਂ ਨਹੀਂ ਰਿਹਾ ਕਰਤਾ, ਜਦੋਂ ਕਿ ਉਹਨਾਂ ਦੀ ਜਿਹੜੀ ਸਜ਼ਾਵਾਂ ਹੈ ਉਹ ਲੰਮੇ ਸਮੇਂ ਤੋਂ ਪੂਰੀਆਂ ਹੋ ਚੁੱਕੀਆਂ। ਹੁਣ ਇਹ ਇੱਕ ਤਰ੍ਹਾਂ ਨਾਲ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਦੋਹਰੀ ਸਜ਼ਾ ਦਿੱਤੀ ਜਾ ਰਹੀ ਹੈ। 26 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ, 26 ਸਾਲ, ਤੇ ਜਦੋਂ ਕਿ ਉਮਰ ਕੈਦ ਵੀ 14 ਸਾਲ ਤੋਂ ਬਾਅਦ ਪੂਰੀ ਹੋ ਜਾਂਦੀ ਹੈ ਤੇ ਆਮ ਤੌਰ ਤੇ ਉਹਨਾਂ ਨੂੰ ਰਿਹਾ ਕਰਤਾ ਜਾਂਦਾ। ਪਰ ਇੱਥੇ 26 ਸਾਲ ਹੋਣ ਮਤਲਬ ਦੁੱਗਣੀ ਉਮਰ ਕੈਦ ਹੋ ਗਈ, ਤੇ ਅਜੇ ਤੱਕ ਵੀ ਸਰਕਾਰ ਕੋਈ ਇਸ ਗੱਲ ਦਾ ਵੀ ਫੈਸਲਾ ਨਹੀਂ ਲੈ ਸਕੀ ਵੀ ਇਹਨਾਂ ਨੂੰ ਫਾਂਸੀ ਇਹਨਾਂ ਦੀ ਲਾਣੀ ਆ ਨਹੀਂ ਲਾਣੀ। ਜਦੋਂ ਕਿ ਭਾਈ ਰਾਜੋਆਣਾ ਨੇ ਇੱਕ ਵਾਰ ਇਹ ਕਿਹਾ ਸੀਗਾ ਵੀ ਤੁਸੀਂ ਜਿਹੜੀ ਗੱਲ ਨਿਬੇੜੋ, ਜਿਹੜੀ ਵੀ ਕੰਮ ਕਰਨਾ ਕਰੋ, ਕਿਉਂਕਿ ਇੱਕ ਵਾਰ ਕਾਫੀ ਦੇਰ ਪਹਿਲਾਂ ਕੋਰਟ ਨੇ ਇਹਨਾਂ ਦੇ ਡੈਥ ਵਾਰੰਟ ਸਾਈਨ ਕਰਤੇ ਸੀਗੇ ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਗੱਲ ਉਹ ਤੈਅ ਹੋ ਚੁੱਕੀ ਸੀਗੀ, ਫਾਂਸੀ ਦੇਣੀ ਆ। ਪਰ ਪੰਜਾਬ ਦੇ ਜਿਹੜੇ ਨੌਜਵਾਨ ਸੀਗੇ, ਪੰਜਾਬ ਦੀ ਸਿੱਖ ਕੌਮ ਉਹ ਸੜਕਾਂ ਤੇ ਆ ਗਈ ਸੀਗੀ, ਬਹੁਤ ਵੱਡੇ ਪੱਧਰ ਤੇ ਅਕਾਲੀ ਸਰਕਾਰ ਸੀਗੀ। ਤੇ ਬਟਾਲੇ ਦੇ ਵਿੱਚ ਵੀ ਉਸ ਸਮੇਂ ਰੋਸ ਪ੍ਰਦਰਸ਼ਨ ਕਰਦੇ ਹੋਏ ਇੱਕ ਜਸਪਾਲ ਸਿੰਘ ਨਾਂ ਦਾ 18 ਸਾਲ ਦਾ ਨੌਜਵਾਨ, ਜਿਹੜਾ ਕਿ ਮਾਪਿਆਂ ਦਾ ਇਕਲੌਤਾ ਬੱਚਾ ਸੀਗਾ, ਭਾਵੇਂ ਇੱਥੇ ਉਸ ਸਮੇਂ ਅਕਾਲੀ ਸਰਕਾਰ ਹੀ ਸੀਗੀ, ਉਹ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਸੀਗਾ। ਜਸਪਾਲ ਸਿੰਘ ਸਿੱਧਵਾਂ, ਚੌੜ ਸਿੱਧਵਾਂ ਉਹਦਾ ਨਾਂ ਸੀਗਾ ਬੱਚੇ ਦਾ। ਤੇ ਉਸ ਤੋਂ ਬਾਅਦ ਜਦੋਂ ਇਹ ਫਿਰ ਡੈਥ ਵਾਰੰਟ ਇਸ਼ੂ ਹੋਏ ਤਾਂ ਉੱਥੇ ਜਿਹੜੇ ਜੇਲਰ ਸੀਗੇ, ਮੈਂ ਉਹਨਾਂ ਦਾ ਨਾਂ ਮੇਰੇ ਦਿਮਾਗ ਚੋਂ ਨਿਕਲ ਗਿਆ, ਉਹਨਾਂ ਨੇ ਉਹਨਾਂ ਡੈਥ ਵਾਰੰਟਾਂ ਨੂੰ ਲੈਣ ਤੋਂ ਇਨਕਾਰ ਕਰਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਕੋਲ ਇੱਥੇ ਫਾਂਸੀ ਦੇਣ ਦੇ ਲਈ ਕੋਈ ਮੁਲਾਜ਼ਮ ਨਹੀਂ ਹੈਗਾ। ਤਾਂ ਉਸ ਤੋਂ ਬਾਅਦ ਜੱਜ ਨੇ ਕਹਿਤਾ ਸੀਗਾ ਤੁਸੀਂ ਆਪ ਫਾਂਸੀ ਦੇ ਦਿਓ, ਤਾਂ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਇੱਥੋਂ ਦੀ ਸਰਕਾਰ ਨੇ ਵੀ ਕਾਫੀ ਜ਼ਿਆਦਾ ਉਸ ਸਮੇਂ ਚਾਰਜੋਈ ਕੀਤੀ ਸੀ, ਲੋਕਾਂ ਨੇ ਬਹੁਤ ਜ਼ਿਆਦਾ ਮੁਜ਼ਾਹਰੇ ਕੀਤੇ ਸੀਗੇ, ਸਿੱਖ ਪੰਥਕ ਜਥੇਬੰਦੀਆਂ ਨੇ, ਲੀਡਰਾਂ ਨੇ ਅੰਦਰ ਵੀ ਕੀਤੇ ਗਏ ਸੀਗੇ ਜੇਲ੍ਹਾਂ ਦੇ ਵਿੱਚ। ਤਾਂ ਉਸ ਤੋਂ ਸਰਕਾਰ ਨੇ ਉਹ ਫਾਂਸੀ ਜਿਹੜੀ ਉਸ ਸਮੇਂ ਰੋਕਤੀ ਸੀਗੀ। ਤੋ ਇਹ ਹਾਲਾਤ, ਪਰ ਇੰਨਾ ਸਮਾਂ ਹੋਣ ਦੇ ਬਾਵਜੂਦ ਵੀ ਉਸ ਗੱਲ ਨੂੰ ਇਹ ਦੇਖ ਲਓ, ਇਹ ਉਸ ਤੋਂ ਬਾਅਦ 17 ਤੋਂ ਪਹਿਲਾਂ ਦੀਆਂ ਗੱਲਾਂ, ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ 2002 ਤੋਂ ਬਾਅਦ ਮੇਰੇ ਖਿਆਲ 2002 ਤੋਂ ਜਾਂ 7 ਦਾ ਟੈਨਿਓਰ ਸੀਗਾ, ਉਸ ਤੋਂ ਬਾਅਦ ਅੱਜ ਵੀ ਉਹੀ ਗੱਲ ਉੱਥੇ ਹੀ ਖੜੀ ਆ, ਫਾਂਸੀ ਦੀ ਗੱਲ ਖੜੀ ਆ ਵੀ ਸਰਕਾਰ ਅੱਜ ਤੱਕ ਫੈਸਲਾ ਲੈਣ ਦੀ ਵੀ ਸਮਰੱਥ ਨਹੀਂ ਹੋਈ ਵੀ ਕਰਨਾ ਕੀ ਆ। ਤੇ ਜਦੋਂ ਕਿ ਚਾਹੀਦਾ ਤਾਂ ਇਹ ਸੀਗਾ ਵੀ ਇਹਨੂੰ ਤੁਰੰਤ ਦੀ ਤੁਰੰਤ ਰਿਹਾ ਕਰਤਾ ਜਾਂਦਾ ਵੀ ਸਜ਼ਾ ਪੂਰੀਆਂ ਹੋ ਗਈਆਂ, ਸਾਰੇ ਕਹੇ ਉਹਨਾਂ ਨੂੰ, ਸਾਰੇ ਬੰਦਿਆਂ ਨੂੰ, ਪਰ ਨਹੀਂ ਛੱਡ ਰਹੇ। ਇਹ ਤਾਂ ਸਿੱਖ ਕੌਮ ਦੇ ਨਾਲ ਇਸ ਤੋਂ ਵੱਡੀ ਵਧੀਕੀ ਹੋਰ ਕੀ ਹੋ ਸਕਦੀ ਹੈ। ਜੀ ਜੀ ਬਰਾੜ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ, ਪਰ ਜਿਹੜੇ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜੇ ਉਹ ਸਿੱਖ ਨੇ ਤਾਂ ਰਿਹਾ ਨਹੀਂ ਕੀਤਾ ਜਾ ਰਿਹਾ। ਤੁਸੀਂ ਕੀ ਮੰਨਦੇ ਹੋ ਵੀ ਸਰਕਾਰਾਂ ਵੱਲੋਂ ਸਿੱਖਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਜੀ? ਦੇਖੋ ਸੰਧੂ ਸਾਹਿਬ, ਇਹ ਕੋਈ ਸਿੱਖ ਕੌਮ ਜਿਹਨਾਂ ਦੀ ਕਿ ਉਰੇ 121 ਫਾਂਸੀਆਂ ਹੋਈਆਂ, ਜਿਨ੍ਹਾਂ ਚੋਂ 95 ਫਾਂਸੀਆਂ ਜਿਹੜੀਆਂ ਸਿੱਖਾਂ ਦੀਆਂ ਹੋਈਆਂ ਇਸ ਆਜ਼ਾਦੀ ਦੇ ਅੰਦੋਲਨ ਦੇ ਵਿੱਚ, ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ। ਤੇ 2647 ਜਿਹੜੇ ਕਾਲੇ ਪਾਣੀ ਦੇ ਵਿੱਚ ਉਮਰ ਕੈਦੀ ਸੀਗੇ, ਉਹਨਾਂ ਚੋਂ 2147 ਸਿੱਖ ਸੀਗੇ। ਤਾਂ ਉਸ ਦੇ ਬਾਵਜੂਦ ਵੀ ਸਿੱਖਾਂ ਨੂੰ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਧੱਕਾ ਬਹੁਤ ਹੀ ਮਨੁੱਖੀ ਅਧਿਕਾਰਾਂ ਦੇ ਤੇ ਕੌਮ ਨੂੰ ਦਬਾਉਣ ਦੇ ਤੁੱਲ ਹੈ। ਕਿਉਂਕਿ 1947 ਤੋਂ ਪਹਿਲਾਂ ਜਦੋਂ ਇੱਕ ਵਾਰ ਬਾਬਾ ਖੜਕ ਸਿੰਘ ਸੀਗੇ, ਅਕਾਲੀ ਦਲ ਦੇ ਵੱਡੇ ਆਗੂ ਰਹੇ ਨੇ, ਉਹਨਾਂ ਨੇ ਮੁਜ਼ਾਹਰਾ ਕੀਤਾ ਸੀਗਾ ਵੀ ਸਾਨੂੰ ਵੀ ਸਿੱਖ ਰਾਜ ਚਾਹੀਦਾ ਹੈ। ਉਹਨਾਂ ਨੇ ਸ਼ਰੇਆਮ ਬਹੁਤ ਤਗੜਾ ਮੁਜ਼ਾਹਰਾ ਕੀਤਾ ਸੀਗਾ। ਉਸ ਮੁਜ਼ਾਹਰੇ ਤੋਂ ਘਬਰਾ ਕੇ ਕਾਂਗਰਸ ਵਾਲਿਆਂ ਨੇ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਹੋਣਾ ਨੂੰ ਤੇ ਬਾਕੀਆਂ ਨੂੰ ਉਹਨਾਂ ਵਿਸ਼ਵਾਸ 'ਚ ਲੈ ਕੇ ਇਹ ਗੱਲ ਕਹੀ ਸੀਗੀ ਵੀ ਤੁਸੀਂ ਸਾਡੇ ਰਹੋ, ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਐਸਾ ਖਿੱਤਾ ਦੇਵਾਂਗੇ, ਸਾਡੇ ਦੇਸ਼ ਦੇ ਵਿੱਚ ਐਸਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੋ। ਜਦੋਂ ਕਿ ਪਾਕਿਸਤਾਨ ਦਾ ਜਿਨਾਹ ਕਹਿ ਰਿਹਾ ਸੀਗਾ ਸਿੱਖਾਂ ਨੂੰ ਤੁਸੀਂ ਮੇਰੇ ਨਾਲ ਰਹੋ ਅਤੇ ਮੈਂ ਤੁਹਾਨੂੰ ਪੂਰਨ ਅਧਿਕਾਰ ਦਊਗਾ, ਤੇ ਇੱਧਰ ਇਹ ਕਹਿ ਰਹੇ ਸੀਗੇ। ਤਾਂ ਉਸ ਸਮੇਂ ਦੇ ਸਾਡੇ ਸਿੱਖ ਆਗੂਆਂ ਨੇ ਆਪਣਾ ਜਿਹੜਾ ਭਵਿੱਖ ਆ ਉਹ ਭਾਰਤ ਦੇ ਨਾਲ ਜੋੜਿਆ। ਪਰ ਹੈਰਾਨੀ ਤਾਂ ਇਹ ਹੋਈ ਜਦੋਂ ਭਾਰਤ ਆਜ਼ਾਦ ਹੋ ਗਿਆ ਤੇ ਜਿਹੜੇ ਸਾਡੇ ਗ੍ਰਹਿ ਮੰਤਰਾਲਾ ਸੀਗਾ, ਜਦੋਂ ਉਹਨਾਂ ਕੋਲ ਪਟੇਲ ਸਾਹਿਬ ਸੀਗੇ, ਤਾਂ ਉਹਨਾਂ ਨੇ ਸਰਦਾਰ ਪਟੇਲ ਉਹ ਤੋਂ ਬਾਅਦ ਇੱਕ ਚਿੱਠੀ ਕੱਢੀ, ਸਰਕੂਲਰ ਕੱਢਤਾ। ਸਰਕੂਲਰ ਇਹ ਕੱਢਿਆ ਵੀ ਸਿੱਖ ਕੌਮ ਇੱਕ ਜਰਾਇਮ ਪੇਸ਼ਾ ਕੌਮ ਆ, ਇਹ ਹਮੇਸ਼ਾ ਇਹ ਆਪਣਾ ਗਾਤਰੇ ਕਿਰਪਾਨ ਰੱਖਦੇ ਆ, ਇਹਨਾਂ ਤੇ ਨਿਗਾਹ ਰੱਖਣ ਦੀ ਲੋੜ ਆ। ਉਹ ਚਿੱਠੀ ਉਸ ਸਮੇਂ ਤੇ ICS ਕਪੂਰ ਸਿੰਘ ਨੂੰ ਮਿਲੀ ਸੀਗੀ ਤੇ ਕਪੂਰ ਸਿੰਘ ਨੇ ਆਊਟ ਕਰਤੇ ਸੀਗੇ ਤੇ ਬਦਲਾ ਇਹ ਹੋਏਗਾ ਉਹਨਾਂ ਨੂੰ ਮੁਅੱਤਲ ਕਰਤਾ ਗਿਆ ਸੀਗਾ। ਮਤਲਬ ਸਿੱਖ ਕੌਮ ਨਾਲ ਵਧੀਕੀਆਂ ਦਾ ਦੌਰ ਤਾਂ ਸੰਨ 47 ਤੋਂ ਹੀ ਚੱਲ ਰਿਹਾ ਹੈ, ਇਹ ਕੋਈ ਨਵੀਂ ਗੱਲ ਨਹੀਂ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ।
ਜੀ ਤੇ ਜੇਕਰ ਇਸ ਗੱਲ ਨੂੰ ਹੋਰ ਅੱਗੇ ਲੈ ਜਾਈਏ ਤਾਂ ਪੰਜਾਬ ਜਦੋਂ ਸਾਰੇ ਦੇਸ਼ ਦੇ ਵਿੱਚ ਸੂਬਿਆਂ ਦੇ ਆਧਾਰਿਤ, ਭਾਸ਼ਾਵਾਂ ਦੇ ਆਧਾਰਿਤ ਸੂਬੇ ਬਣਾਏ ਗਏ ਤਾਂ ਪੰਜਾਬ ਨੂੰ ਫੇਰ ਵੀ ਨਹੀਂ ਬਣਾਇਆ ਗਿਆ। ਪੰਜਾਬ ਨੂੰ ਆਪਣਾ ਸੂਬਾ ਬਣਾਉਣ ਦੇ ਲਈ ਬਹੁਤ ਬੜਾ ਸੰਘਰਸ਼ ਕਰਨਾ ਪਿਆ, ਬੜਾ ਮੁੱਲ ਤਾਰਨਾ ਪਿਆ। 1955 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ, ਕਈ ਬੰਦੇ ਸ਼ਹੀਦ ਹੋ ਗਏ ਤੇ ਇਸ ਪੰਜਾਬੀ ਸੂਬੇ ਦੇ ਮੋਰਚੇ 'ਚ ਇੰਦਰਜੀਤ ਨਾਂ ਦਾ ਇੱਕ 16 ਸਾਲ ਦਾ ਨਾਬਾਲਗ ਮੁੰਡਾ ਨੂੰ ਖੂਹ 'ਚ ਸਿੱਟ ਕੇ ਮਾਰਿਆ ਗਿਆ। ਤਾਂ ਜਾ ਕੇ ਜਦੋਂ ਪੰਜਾਬੀ ਸੂਬਾ ਬਣਦਾ ਹੈ, ਪਰ ਉਹ ਵੀ ਲੰਗੜਾ, ਪੰਜਾਬੀ ਬੋਲਦੇ ਇਲਾਕੇ ਅੱਜ ਵੀ ਬਾਹਰ ਆ, ਸਾਡੀ ਰਾਜਧਾਨੀ ਕੋਈ ਨਹੀਂ ਹੈਗੀ, ਸਾਡੇ ਅਧਿਕਾਰ ਕੋਈ ਨਹੀਂ ਹੈਗੇ, ਅਧਿਕਾਰ ਖੋਏ ਜਾ ਰਹੇ ਆ। ਸੋ ਕਹਿਣ ਦਾ ਭਾਵ ਆ ਵੀ ਸਿੱਖ ਕੌਮ ਨੂੰ ਇੱਕ ਹੋਰ ਤਰ੍ਹਾਂ ਦਾ ਅਹਿਸਾਸ ਕਰਾਇਆ ਜਾ ਰਿਹਾ ਵੀ ਜਿਵੇਂ ਤੁਸੀਂ ਇਸ ਦੇਸ਼ ਦੇ ਨਾਗਰਿਕ ਹੀ ਨਹੀਂ ਹੈਗੇ, ਤੇ ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਆ ਤੇ ਸਿੱਖਾਂ ਲਈ ਬੜੀ ਹੀ ਜਿਹੜੀ ਦਰਦ ਭਰੀ ਗੱਲ ਆ, ਤੇ ਜਿਹੜਾ ਉਹਨਾਂ ਨੂੰ ਇਹ ਮਹਿਸੂਸ ਕਰਨਾ ਪੈ ਰਿਹਾ ਹੈ। ਤੇ ਨਹੀਂ ਚਾਹੀਦਾ ਸੀਗਾ ਭਾਰਤ ਸਰਕਾਰ ਨੂੰ, ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਸੀਗਾ ਇੱਥੇ। ਜੀ ਸੋ ਬਰਾੜ ਸਾਹਿਬ, ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਵੀ ਤੁਸੀਂ ਇਸ ਮਾਮਲੇ ਦੇ ਉੱਪਰ ਤੁਸੀਂ ਕੋਈ ਵੀ ਜਿਹੜਾ ਹੈ ਉਹ ਫੈਸਲਾ ਲੈ ਸਕਦੇ ਹੋ। ਤੁਹਾਨੂੰ ਕੀ ਲੱਗਦਾ ਵੀ ਕੇਂਦਰ ਸਰਕਾਰ ਇਸ ਦੇ ਉੱਪਰ ਕਿਸ ਤਰੀਕੇ ਦਾ ਜਿਹੜਾ ਉਹ ਫੈਸਲਾ ਲੈ ਸਕਦੀ ਹੈ? ਉਹ ਸੁਪਰੀਮ ਕੋਰਟ ਦਾ ਜਿਹੜਾ ਉਹਨਾਂ ਨੇ ਗੱਲ ਕਰੀ ਆ, ਜਿਹਦੇ 'ਚ ਕਿ ਜਿਹੜੇ ਆਪਣੇ ਮੁਕਲ ਰਖਤੋਗੀਆਂ ਇਹ ਸ਼੍ਰੋਮਣੀ ਕਮੇਟੀ ਵੱਲੋਂ ਪੇਸ਼ ਹੋਏ ਸੀਗੇ, ਤੇ ਉਹਨਾਂ ਦਾ ਜਿਹੜਾ ਸੋਲਿਸਿਟਰ ਜਨਰਲ ਸਰਕਾਰ ਦਾ, ਉਹਨਾਂ ਨੇ ਇੱਕ ਸੀਲਬੰਦ ਇੱਕ ਉਹਨਾਂ ਨੇ ਆਪਣਾ ਜਿਹੜਾ ਸਰਕਾਰ ਵੱਲੋਂ ਐਫੀਡੇਵਿਟ ਦਿਆ ਸੀਗਾ ਵੀ ਅਜੇ ਸਮਾਂ ਨਹੀਂ ਹੈਗਾ ਅਸੀਂ ਇਹ ਫੈਸਲਾ ਕਰ ਸਕੀਏ, ਵੀ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਅਸੀਂ ਪੰਜਾਬ ਦੇ ਹਾਲਾਤ ਕਰਕੇ ਸਰਹੱਦੀ ਸੂਬਾ ਹੋਣ ਕਰਕੇ ਅਜੇ ਨਹੀਂ ਕਰ ਸਕਦੇ। ਤਾਂ ਸੁਪਰੀਮ ਕੋਰਟ ਨੇ ਉਹਨਾਂ ਦੇ ਫੈਸਲੇ ਤੇ ਮੋਹਰ ਲਾਤੀ ਸੈਂਟਰ ਦੇ ਤੇ। ਉਹ ਇਹ ਕਹਿ ਰਿਹਾ ਹੈ ਵੀ ਸਰਕਾਰ ਨਾਲ ਅਸੀਂ ਤਕਰੀਬਨ ਇੱਕ ਤਰ੍ਹਾਂ ਨਾਲ ਸਹਿਮਤ ਹਾਂ ਵੀ ਜਦੋਂ ਸਰਕਾਰ ਚਾਹੂਗੀ ਇਸ ਮਸਲੇ ਤੇ ਫੈਸਲਾ ਲੈਣਾ ਤਾਂ ਲੈ ਲੂਗੀ। ਇਹ 3 ਜੱਜਾਂ ਦਾ ਫੈਸਲਾ ਹੈ। ਮਤਲਬ ਕਹਿਣ ਦਾ ਭਾਵ ਆ ਸੁਪਰੀਮ ਕੋਰਟ ਨੇ ਦੁਬਾਰਾ ਫਿਰ ਗੇਮ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤੀ, ਤੇ ਉਹਨਾਂ ਨੇ ਆਪਣੇ ਵੱਲੋਂ ਕੋਈ ਇਹਨਾਂ ਨੂੰ ਫੈਸਲਾ ਲੈਣ ਲਈ ਟਾਈਮ ਬਾਉਂਡ ਵੀ ਨਹੀਂ ਕੀਤਾ। ਤੇ ਬੜਾ ਹੈਰਾਨੀ ਦੀ ਗੱਲ ਹੈ ਵੀ ਜੱਜ ਫੈਸਲਾ ਦੇ ਰਹੇ ਆ ਸੁਪਰੀਮ ਕੋਰਟ ਦੇ, ਤੇ ਉਹਨੂੰ ਟਾਈਮ ਬਾਉਂਡ ਵੀ ਜ਼ਿਆਦਾ ਟਾਈਮ ਬਾਉਂਡ ਵੀ ਕਰਦੇ, ਅਸੀਂ ਮੰਨ ਲੈਂਦੇ ਵੀ ਇੰਨੀ ਦੇਰ 'ਚ ਫੈਸਲਾ ਹੋ ਜਾਊਗਾ। ਹੁਣ ਉਹਨਾਂ ਨੇ ਇਹ ਕਹਿਤਾ ਵੀ ਜਦ ਮਰਜ਼ੀ ਜਦ ਮਨ ਕਰੇ ਸਰਕਾਰ ਉਸ ਸਮੇਂ ਫੈਸਲਾ ਲਓ। ਇਹ ਤਾਂ ਬਹੁਤ ਹੀ ਜ਼ਿਆਦਾ ਮਤਲਬ ਇੱਕ ਗੰਭੀਰ ਵਿਸ਼ਾ ਹੈ ਵੀ ਸਰਕਾਰ ਜਿਹੜੀ ਆ ਵੀ ਉਹਦੇ ਕੋਲ ਖੁੱਲਾ ਸਮਾਂ, ਜਦ ਮਨ ਕਰੇ ਲੈ ਲਵੇ, ਮਨ ਕਰੇ ਨਾ ਲਵੇ, ਚਾਹੇ 10 ਸਾਲ ਦਾ ਲਵੇ ਚਾਹੇ 20 ਸਾਲ ਦਾ ਲਵੇ। ਤੋ ਇਹ ਕਹਾਣੀ ਹੈ ਜੀ। ਬਰਾੜ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਇੱਕ ਪਾਸੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਹੋਰ ਮੰਤਰੀਆਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਬੰਦੀ ਸਿੱਖਾਂ ਨੂੰ ਰਿਹਾ ਕਰਾਂਗੇ, ਪਰ ਫਿਰ ਵੀ ਜਿਹੜੇ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕਰਨ ਦੇ ਲਈ ਕੇਂਦਰ ਸਰਕਾਰ ਅੱਗੇ ਕਿਉਂ ਨਹੀਂ ਆ ਰਹੀ ਜੀ? ਦੇਖੋ, ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਤਾਂ ਤੁਸੀਂ ਸਰਕਾਰ ਨੂੰ ਜਦੋਂ ਇੱਥੇ ਇੱਕ ਮੰਤਰੀ ਆਉਂਦੇ ਆ, ਸ਼ੇਖਾਵਤ ਨਾਂ ਦਾ ਮੰਤਰੀ ਆ, ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮਿਲਦੇ ਆ, ਤਾਂ ਉਹਨਾਂ ਵੱਲੋਂ ਵੀ ਗੱਲ ਕਰੀ ਜਾਂਦੀ ਆ। ਤਾਂ ਔਰ ਉਹ ਇਹ ਬਾਅਦ 'ਚ ਇਹ ਕਹਿੰਦੇ ਵੀ ਮੈਨੂੰ ਤਾਂ ਇਹੀ ਨਹੀਂ ਪਤਾ ਵੀ ਬੰਦੀ ਸਿੰਘਾਂ ਦਾ ਕੇਸ ਕੀ ਆ। ਤੇ ਉਹ ਜਦੋਂ ਕਿ ਤੁਸੀਂ ਹੈਰਾਨੀ ਹੁੰਦੀ ਹੈ ਵੀ ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਹੈ, ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਪਤਾ ਹੈ ਬੰਦੀ ਸਿੰਘਾਂ ਦਾ ਕੇਸ ਕੀ ਆ, ਵੀ 25-25 30-30 ਸਾਲ ਤੋਂ ਬੰਦ ਆ ਤੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹੈ। ਜਦੋਂ ਕਿ ਦੂਜੇ ਪਾਸੇ ਜਿਹੜੇ ਸਿੱਖ ਕੌਮ ਦੀ ਜਦੋਂ ਨਸਲਕੁਸ਼ੀ ਹੋਈ ਸੀਗੀ, ਉਹਦੇ 'ਚ ਕਈ ਪੁਲਿਸ ਅਫਸਰ ਜਿਹੜੇ ਕੈਦ ਸੀਗੇ, ਉਹਨਾਂ ਨੂੰ 2-2 ਸਾਲ ਬਾਅਦ 5-5 ਸਾਲ ਬਾਅਦ ਸਰਕਾਰ ਨੇ ਰਿਹਾ ਕਰਤਾ। ਇੱਥੋਂ ਤੱਕ ਇੱਕ ਸਿੱਖ ਨਸਲਕੁਸ਼ੀ, ਦਿੱਲੀ ਸਿੱਖ ਨਸਲਕੁਸ਼ੀ 'ਚ ਇੱਕ ਕਿਸ਼ੋਰੀ ਨਾਮ ਦਾ ਇੱਕ ਕਾਤਲ ਸੀਗਾ ਜਿਹਨੇ ਕਈ ਸਿੱਖਾਂ ਨੂੰ ਬਾਹੇ ਰਹਿਮੀ ਨਾਲ ਮਾਰਿਆ ਸੀਗਾ। ਉਹਨੂੰ ਪਹਿਲਾਂ ਫਾਂਸੀ ਹੋਈ ਸੀਗੀ, ਉਹਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਤਾ। ਤਾਂ ਉਸ ਸਮੇਂ ਉੱਥੋਂ ਦੀ ਜਿਹੜੀ ਕਾਂਗਰਸ ਸਰਕਾਰ ਸੀਗੀ, ਉਸ ਸਮੇਂ ਮੇਰਾ ਖਿਆਲ ਸ਼ਾਇਦ ਸ਼ੀਲਾ ਦੀਕਸ਼ਤ ਸੀਗੀ ਮੁੱਖ ਮੰਤਰੀ, ਤਾਂ ਉਹਦੀ ਉਹ ਸਜ਼ਾ ਮਾਫ ਕਰਕੇ ਵੀ ਰਿਹਾ ਕਰਤਾ। ਮਤਲਬ ਸਿੱਖਾਂ ਨੂੰ ਤਾਂ ਹੁਣ ਕੋਈ ਇਨਸਾਫ ਨਾ ਉਹਦੀ ਗੱਲੇ ਨਹੀਂ। ਸਿੱਖਾਂ ਨੂੰ ਕੋਈ ਕਤਲ, ਸਿੱਖਾਂ ਨੂੰ ਤਾਂ ਮੈਨੂੰ ਐਂ ਲੱਗਣ ਲੱਗ ਗਿਆ ਵੀ ਇੱਥੇ ਕੀੜੇ ਮਕੌੜੇ ਸਮਝਣ ਜਾਣ ਲੱਗ ਗਿਆ ਵੀ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਮੈਂ ਸੋਚਦਾ ਵੀ ਇਹਦੇ ਪਿੱਛੇ ਸਾਡੀ ਕੌਮ ਵੀ ਜ਼ਿੰਮੇਵਾਰ ਆ, ਕਿਉਂਕਿ ਕੌਮ 'ਚ ਏਕਾ ਕੋਈ ਨਹੀਂ ਹੈਗੀ। ਹਰ ਮਤਲਬ ਇੱਕ ਗਰੁੱਪ ਬਣਾ ਕੇ, ਇੱਕ ਆਪਣੀ ਜਥੇਬੰਦੀ ਬਣਾ ਕੇ ਵੱਖੋ ਵੱਖਰੇ ਤੁਰੇ ਫਿਰਦੇ ਆ। ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਜਿਵੇਂ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਕੌਮ ਦੀ, ਉਹ ਵੀ ਕਰਨ ਦੇ ਵਿੱਚ ਸਫਲ ਨਹੀਂ ਹੋ ਰਹੇ। ਤੇ ਉਹ ਸਿਰਫ ਜਿਵੇਂ ਮੈਂ ਦੇਖ ਰਿਹਾ ਬਿਆਨਬਾਜ਼ੀ ਚੱਲ ਰਹੀ ਆ, ਪਰ ਜਿਸ ਤਰ੍ਹਾਂ ਨਾਲ ਅਗਵਾਈ ਹੋਣੀ ਚਾਹੀਦੀ ਆ, ਸਾਰੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਹੋਣਾ ਚਾਹੀਦਾ ਹੈ। ਉਹ ਬਹੁਤ ਸਾਰੇ ਸਿੱਖ ਲੀਡਰ ਆਪਣੀਆਂ ਕਮਜ਼ੋਰੀਆਂ ਕਰਕੇ, ਆਪਣੀਆਂ ਜਿਹੜੇ ਫਾਇਦਿਆਂ ਕਰਕੇ, ਆਪਣੇ ਪਰਿਵਾਰਕ ਸੋਚਾਂ ਕਰਕੇ ਕੇਂਦਰ ਸਰਕਾਰ ਦੇ ਥੱਲੇ ਲੱਗੇ ਹੋਏ ਆ ਤੇ ਸਿੱਖਾਂ ਨੂੰ ਗਮਰਾਹ ਕਰ ਰਹੇ ਆ। ਬੜਾ ਅਫਸੋਸ ਹੋ ਰਿਹਾ ਹੈ ਤੇ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਸਿੱਖ ਇੱਕ ਚੱਕੀ ਦੇ ਵਿੱਚ ਪਿਸਦੇ ਜਾ ਰਹੇ ਆ ਤੇ ਜਿਹੜੇ ਨੌਜਵਾਨ ਜੇਲ੍ਹਾਂ ਸੜ ਰਹੇ ਆ, ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਬਾਬਾ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਕਰਦੇ ਆ, ਮੈਂ ਤੁਹਾਨੂੰ ਇੱਕ ਹੋਰ ਕਿਸੇ ਦੀ ਦੱਸਦਾ।
ਜੱਗੀ ਜੌਲ ਨਾਂ ਦਾ ਇੱਕ ਨੌਜਵਾਨ ਉਹ ਬਾਹਰੋਂ ਆਇਆ ਇੱਥੇ ਵਿਆਹ ਕਰਾਉਣ ਦੇ ਲਈ ਭਾਰਤ ਦੇ ਵਿੱਚ। ਉਹ ਜਦੋਂ ਵਿਆਹ ਕਰਾਉਣ ਲਈ ਬਾਹਰ ਉਹਦਾ ਮੈਰਿਜ ਹੋ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਤਾਂ ਉੱਤੇ ਪਰਚਾ ਦਰਜ ਕਰਤਾ ਜਾਂਦਾ ਵੀ ਇਹ ਫਲਾਣੇ ਟਾਰਗੇਟ ਕਿਲਿੰਗ ਦੇ ਵਿੱਚ ਸ਼ਾਮਲ ਸੀਗਾ। ਜਦੋਂ ਕਿ ਤੁਸੀਂ ਹੈਰਾਨ ਹੋਵੋਗੇ, ਉਹ ਬਾਹਰ ਸੀਗਾ ਜਦੋਂ ਇੱਥੇ ਕੰਮ ਹੋਇਆ, ਤੇ ਅੱਜ ਤੱਕ ਉਹਦੇ ਬਾਰੇ ਕੋਈ ਚਲਾਨ ਵੀ ਪੇਸ਼ ਨਹੀਂ ਹੋਇਆ। ਔਰ ਇੱਕ ਵਾਰ ਤਾਂ ਇੱਕ ਸੈਂਟਰਲ ਏਜੰਸੀ ਨੇ ਕਹਿਤਾ ਸੀਗਾ ਸਾਨੂੰ ਇਹਦੀ ਕੋਈ ਲੋੜ ਨਹੀਂ, ਫਿਰ ਵੀ ਰਿਹਾ ਨਹੀਂ ਕੀਤਾ ਗਿਆ। ਤੋ ਸਿੱਖਾਂ ਲਈ ਕੋਈ ਇਨਸਾਫ ਨਹੀਂ ਹੈਗਾ ਜੋ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਸਿੱਖ ਕੌਮ ਸਿੱਖਾਂ 'ਚ ਏਕਾ ਨਹੀਂ ਹੈਗਾ। ਸਿੱਖ ਇੱਕ ਪਲੇਟਫਾਰਮ ਤੇ ਹੋ ਕੇ ਮੌਜੂਦ ਨਹੀਂ ਰਹੇ। ਤੇ ਆ ਹੁਣ ਵੀ ਦੇਖ ਲਓ ਬੰਦੀ ਸਿੰਘਾਂ ਵਾਲੇ ਇਨਸਾਫ ਮੋਰਚੇ ਬਾਰੇ ਕਿੰਨਾ ਕੁ ਸਿੱਖ ਉੱਥੇ ਜਾਂਦੇ ਆ, ਕਿੰਨੇ ਕੁ ਨਹੀਂ ਜਾਂਦੇ, ਤੁਹਾਡੇ ਸਭ ਦੇ ਸਾਹਮਣੇ ਆ। ਸੋ ਇਹ ਗੱਲਾਂ ਤੋਂ ਸਿੱਖ ਕੌਮ ਨੂੰ ਸੋਚਣ ਦੀ ਲੋੜ ਆ, ਸਾਡੀਆਂ ਜਥੇਬੰਦੀਆਂ ਨੂੰ ਸੋਚਣ ਦੀ ਲੋੜ ਆ, ਸਾਡੇ ਅਕਾਲੀ ਦਲਾਂ ਨੂੰ ਸੋਚਣ ਦੀ ਲੋੜ ਆ ਵੀ ਤੁਸੀਂ ਸਿੱਖਾਂ ਦਾ ਘਾਣ ਕਰਾਉਣ ਲਈ ਜਥੇਬੰਦੀਆਂ ਬਣਾਈਆਂ ਜਾਂ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਬਣਾਈਆਂ। ਇਹ ਸੋਚਣਾ ਸਾਨੂੰ ਪਊਗਾ, ਇਹ ਤਾਂ ਹੀ ਜਾ ਕੇ ਕਿਤੇ ਸਾਡੀ ਮੇਰੇ ਖਿਆਲ ਕਿਤੇ ਅੱਗੇ ਕੋਈ ਮਸਲੇ ਦਾ ਹੱਲ ਹੋਏਗਾ ਜੀ। ਸੋ ਬਰਾੜ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਹੋਰ ਵੀ ਜਿਹੜੇ ਧਾਰਮਿਕ ਆਪਣੇ ਲੋਕ ਨੇ, ਉਹ ਜਿਹੜੇ ਇਕੱਠੇ ਹੋਣ ਤੇ ਜਾ ਕੇ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਜਿਹੜਾ ਪਹਿਲਾਂ ਮੋਹਾਲੀ ਦੇ ਵਿੱਚ ਵੀ ਲੱਗਿਆ ਸੀ, ਤੇ ਹੁਣ ਦੁਬਾਰਾ ਉਸ ਤਰੀਕੇ ਦੇ ਮੋਰਚਾ ਜਿਹੜਾ ਹੈ ਉਹ ਲਗਾਉਣਾ ਚਾਹੀਦਾ, ਜਿਸ ਦੇ ਨਾਲ ਸਿੱਖ ਜਥੇਬੰਦੀਆਂ ਤੋਂ ਜਿਹੜੇ ਉਹ ਕੇਂਦਰ ਸਰਕਾਰ ਉਹਨਾਂ ਦੀ ਗੱਲ ਮੰਨੇ ਤੇ ਉਹ ਸਿੱਖ ਜਿਹੜੇ ਉੱਥੇ ਕੈਦੀ ਨੇ, ਜਿਹੜੇ ਬੰਦਕ ਨੇ, ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ। ਬਿਲਕੁਲ ਤੁਹਾਡੀ ਗੱਲ ਸਹੀ ਆ। ਮੋਰਚਾ ਹੁਣ ਵੀ ਚੱਲ ਰਿਹਾ, ਇਨਸਾਫ ਮੋਰਚਾ ਬੰਦੀ ਸਿੰਘਾਂ ਲਈ ਉੱਥੇ ਲੱਗਿਆ ਵਾ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਖਤਮ ਹੁੰਦੇ ਸਾਰ। ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਕਹਿੰਦੇ 25-30 ਲੱਖ ਦੇ ਸਾਈਨ ਕਰਾਏ ਆ ਲੋਕਾਂ ਤੋਂ, ਪਰ ਸਾਰੇ ਆਪੋ ਆਪਣੇ ਤਰੀਕੇ ਨਾਲ ਚੱਲ ਰਹੇ ਆ। ਕੋਈ ਇੱਕ ਪਲੇਟਫਾਰਮ ਤੇ ਨਹੀਂ ਆਵਾਜ਼ ਕਰ ਰਹੇ, ਕੋਈ ਕੇਂਦਰ ਦੇ ਨਾਲ ਯਾਰੀ ਲਾਣਾ ਚਾਹੁੰਦਾ, ਕੋਈ ਕੇਂਦਰ ਦੇ ਨਾਲ ਆਡਾ ਵਿੱਢਿਆ ਵਾ। ਤੇ ਇਸ ਦੇ ਸਾਰੇ ਘਾਣ ਦੇ ਵਿੱਚ ਜਿਹੜੇ ਨੌਜਵਾਨ ਪਿਸ ਰਹੇ ਹਨ ਤੇ ਨੌਜਵਾਨ ਨਿਰਾਸ਼ ਹੋ ਕੇ ਬਾਹਰ ਨੂੰ ਭੱਜ ਰਹੇ ਹਨ। ਤੇ ਨੌਜਵਾਨਾਂ ਨੂੰ ਖਤਰਾ ਹੁਣ ਵੀ ਤੁਹਾਡੇ ਸਾਹਮਣੇ ਵੀ ਕਿਸ ਤਰੀਕੇ ਨਾਲ ਸਿੱਖਾਂ ਨੌਜਵਾਨਾਂ ਤੇ NSA ਲਾ ਕੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਆਪਾਂ ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਸੀ, ਉਹਨਾਂ ਨਵੇਂ ਬਣਾਤੇ। ਸੋ ਬੜਾ ਅਫਸੋਸ ਹੋ ਰਿਹਾ ਵੀ ਸਿੱਖ ਕੌਮ ਦੇ ਨਾਲ ਕੀ ਹੋ ਰਿਹਾ। ਤੇ ਬੰਦੀ ਸਿੰਘਾਂ ਨੂੰ ਅੰਦਰ ਕਰਾਉਣ ਤੋਂ ਬਾਅਦ ਅਕਾਲੀ ਜਿੰਨੇ ਵੀ ਸਾਡੇ ਲੀਡਰ ਜਥੇਬੰਦੀਆਂ ਉਹ ਉਸ ਹਿਸਾਬ ਦੇ ਨਾਲ ਸਟੈਂਡ ਲੈਣ ਤੋਂ ਸਮਰਥ ਹੋਏ ਤੇ ਕੋਈ ਗੱਲ ਨਹੀਂ ਹੋ ਸਕੀ। ਕੁਝ ਜਿਹੜੇ ਪੰਥਕ ਦਰਦੀਆਂ ਉਹ ਵਿਚਾਰੇ ਆਵਾਜ਼ ਚੱਕੀ ਜਾਂਦੇ ਆ, ਬੋਲੀ ਜਾਂਦੇ ਆ, ਪਰ ਗੱਲ ਕਿਸੇ ਜਿਹੜੀ ਆ ਕਿਸੇ ਪੱਤਰ ਨਹੀਂ ਲੱਗ ਰਹੀ। ਤੇ ਇਹ ਤਾਂ ਬੜਾ ਹੀ ਦੁਖਦਾਈ ਆ ਸਿੱਖ ਕੌਮ ਦੇ ਲਈ ਵੀ ਸਾਨੂੰ ਇਸ ਤਰੀਕੇ ਗੱਲ ਤਾਂ ਮੇਰਾ ਖਿਆਲ ਆ ਵੀ ਜਿਵੇਂ ਇਹਨਾਂ ਨੇ ਹੁਣ ਕਾਲੇ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਟਾਈਮ ਵਰਤਦੇ ਸੀਗੇ ਪੁਰਾਣੇ, ਜਿਵੇਂ ਰੌਲਟ ਐਕਟ ਸੀਗਾ ਜਿਹਦੇ ਆਧਾਰ ਤੇ ਫਿਰ ਜਲਿਆਂਵਾਲਾ ਬਾਗ ਹੋਇਆ, ਉਸ ਕਾਲੇ ਕਾਨੂੰਨ ਦੇ ਫਿਰ ਬੰਦੇ ਮਾਰੇ ਗਏ, ਸਾਰਾ ਉਹੀ ਕਾਲੇ ਕਾਨੂੰਨ ਉਹ ਸਾਡੇ ਤੇ ਫੇਰ ਲਾਗੂ ਹੋ ਗਏ। ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਸੰਧੂ ਸਾਹਿਬ, ਜੇ ਤੁਸੀਂ ਇਤਿਹਾਸ ਥੋੜਾ ਫਰੋਲ ਲਓ, ਮੈਂ ਨਾਂ ਅੱਜ ਲੈਣਾ ਨਹੀਂ ਚਾਹੁੰਦਾ ਵੀ ਸਾਡੇ ਸਰਮੋਰ ਜਥੇਬੰਦੀਆਂ ਨੇ ਵੀ ਵੋਟਾਂ ਉਹਨਾਂ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਪਾਈਆਂ ਹੋਈਆਂ। ਆਪਾਂ ਕਿਸੇ ਤੋਂ ਕੀ ਆਸ ਰੱਖੀਏ। ਇਹ ਤਾਂ ਮੈਂ ਕਹਿੰਦਾ ਵੀ ਫੇਰ ਵੀ ਉਹ ਜਿਹੜੇ ਭਾਈ ਲਾਲੋ ਦੇ ਵਾਰਸ ਸਿੱਖਾਂ, ਕਿਰਤੀ ਸਿੱਖਾਂ ਜਿਹੜੇ ਆਵਾਜ਼ ਬੁਲੰਦ ਕਰ ਰਹੇ ਆ, ਉਹ ਜਥੇਬੰਦੀਆਂ ਜਿਹੜੀਆਂ ਲਗਾਤਾਰ ਆਵਾਜ਼ ਬੁਲੰਦ ਕਰ ਰਹੀਆਂ, ਮੈਂ ਕਹਿੰਦਾ ਪ੍ਰਸ਼ੰਸਾ ਦੇ ਪਾਤਰ ਹਾਂ। ਪਰ ਤੁਸੀਂ ਇਹ ਸਾਰਾ ਕੁਝ ਜੋ ਹੋ ਰਿਹਾ ਇਹ ਸਿੱਖ ਕੌਮ ਦਾ ਘਾਣ ਕਰਾਉਣ ਲਈ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਰੇ ਜਿੰਨੇ ਵੀ ਆ, ਇਹਨਾਂ ਨੂੰ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਆ ਜੇ ਵਾਕਈ ਸਿੱਖਾਂ ਪ੍ਰਤੀ ਸਿਰਦਾ, ਆਪਣੀਆਂ ਕੁਰਸੀਆਂ ਪਿੱਛੇ ਨਾ ਭੱਜਣ, ਆਪਣੀਆਂ ਲੀਡਰੀਆਂ ਪਿੱਛੇ ਨਾ ਭੱਜਣ ਜੇ ਸਿੱਖ ਨੌਜਵਾਨੀ ਦਾ ਕੁਝ ਸੋਚਣਾ। ਪਰ ਸਿੱਖਾਂ ਦੇ ਇਹਨਾਂ ਦੀ ਲਾਸ਼ਾਂ ਤੇ ਇਹਨਾਂ ਦੇ ਖੂਨ ਤੇ ਆਪਣੀ ਰਾਜਨੀਤੀ ਕਰਨੀ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਆ। ਸਹੀ ਤਰੀਕੇ ਨਾਲ ਸਿੱਖ ਕੌਮ ਦੀ ਅਗਵਾਈ ਕਰਨ ਦੀ ਲੋੜ ਆ। ਤੇ ਆ ਹੁਣ ਤੁਹਾਡੇ ਸਾਹਮਣੇ ਰਾਜੋਆਣੇ ਦਾ ਕੇਸ ਤਾਂ ਤੁਹਾਡੇ ਸਾਹਮਣੇ ਆਏ ਗਿਆ। ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਬੈਠੇ ਆ, ਜਗਤਾਰ ਸਿੰਘ ਤਾਰਾ, ਪਰਮਜੀਤ ਭਿਓਰਾ, ਗੁਰਮੀਤ ਸਿੰਘ ਇੰਜੀਨੀਅਰ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਤੇ ਇਹ ਸਾਰੇ ਦੇਖੋ ਬੜੈਲ ਜੇਲ੍ਹ 'ਚ ਬੈਠੇ ਆ। ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਇਹਨਾਂ ਨਾਲ ਜੋ ਹੋ ਰਿਹਾ ਹੈ, ਇਹਨਾਂ ਦੇ ਪਹਿਲੀ ਵਾਰ ਮੈਂ ਦੇਖਿਆ ਇੱਕ ਜਗਤਾਰ ਸਿੰਘ ਤਾਰਾ ਨੂੰ ਥੋੜੀ 2 ਘੰਟੇ ਦੀ ਪੈਰੋਲ ਮਿਲੀ ਆ, ਉਹਦੇ ਭਰਾ ਦਾ ਉਹਦੇ ਭੋਗ ਤੇ ਉਹਨੂੰ ਲਿਆਂਦਾ ਗਿਆ ਸੀਗਾ। ਜਾਂ ਭਰਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਉਹਨਾਂ ਦੇ ਕਿਸੇ ਦੇ ਮੇਰੇ ਖਿਆਲ ਸ਼ਾਇਦ ਫਾਦਰ ਦੀ ਪਤਾ ਨਹੀਂ ਕਿਸੇ ਦਾ ਉਹਨਾਂ ਦਾ ਭੋਗ ਸੀਗਾ, ਉੱਥੇ ਲੈ ਕੇ ਗਏ ਸੀਗੇ। ਦੂਜੇ ਪਾਸੇ ਉਹ ਲੋਕ ਵੀ ਆ ਜਿਨ੍ਹਾਂ ਨੇ ਬਲਾਤਕਾਰ ਕਰੇ ਹੋਏ ਆ ਤੇ ਦੋਹਰੀਆਂ ਕਤਲ ਦੇ ਵਿੱਚ ਉਮਰ ਕੈਦਾਂ ਹੋਏ ਹੋਈਆਂ ਸਨ। ਬਾਬਾ ਰਾਮ ਰਹੀਮ ਵਰਗੇ, ਜਿਹੜਾ ਬਾਬਾ ਕਹਿਣ ਦਾ ਮਤਲਬ ਉਹਦਾ ਬਹੁਤ ਵੱਡਾ ਕਲੰਕ ਵਾਲੀ ਗੱਲ ਆ।
ਉਹਨਾਂ ਨੂੰ ਸਜ਼ਾਵਾਂ ਹੋਣ ਦੇ ਬਾਅਦ ਵੀ ਸਾਲ 'ਚ 4 ਵਾਰ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਰਾਜਨੀਤਿਕ ਫਾਇਦੇ ਲਈ ਉਹਨਾਂ ਦੇ ਪ੍ਰਵਚਨ ਕਰਾਏ ਜਾ ਰਹੇ ਆ ਤੇ ਸਿੱਖ ਕੌਮ ਨੂੰ ਚੜਾਇਆ ਜਾ ਰਿਹਾ ਹੈ। ਮੈਂ ਤਾਂ ਹੈਰਾਨ ਹੋ ਰਿਹਾ ਵੀ ਦੂਏ ਪਾਸੇ ਇਹ ਸਾਡੇ ਸਿੱਖ ਬੱਚੇ ਆ ਜਿਹੜੇ ਸਰਹੱਦਾਂ ਤੇ ਸ਼ਹੀਦ ਹੋ ਰਹੇ ਆ। ਉਹ ਹੁਣੇ 4-5 ਮੁੰਡੇ ਹੁਣੇ ਸ਼ਹੀਦ ਹੋ ਗਏ ਹਟੇ ਆ। ਸਭ ਤੋਂ ਜ਼ਿਆਦਾ ਫੌਜ ਦੇ ਵਿੱਚ ਸ਼ਹਾਦਤਾਂ ਸਿੱਖ ਕੌਮ ਦੀਆਂ ਹੋ ਰਹੀਆਂ ਤੇ ਸਿੱਖਾਂ ਦੇ ਨੌਜਵਾਨ ਬੱਚੇ ਕਫਨ ਦੇ ਵਿੱਚ ਤਿਰੰਗੇ ਵਿੱਚ ਲਿਪਟ ਕੇ ਇੱਥੇ ਸਾਡੇ ਉਰੇ ਪੰਜਾਬ ਦੀ ਧਰਤੀ ਤੇ ਪਹੁੰਚ ਰਹੇ ਆ। ਮਾਵਾਂ ਭੈਣਾਂ ਵਿਲਕ ਰਹੀਆਂ ਤੇ ਦੂਜੇ ਪਾਸੇ ਨਸ਼ਿਆਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਉਹ ਮਾਰੇ ਜਾ ਰਹੇ ਆ, ਨਸਲਕੁਸ਼ੀ ਹੋ ਰਹੀ ਆ। ਪਰ ਫਿਰ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਕੋਈ ਹੁਣ ਸਮਝ ਨਹੀਂ ਆ ਰਹੀ ਵੀ ਸਿੱਖ ਕੌਮ ਜਾਣ ਤਾਂ ਕਿੱਧਰ ਨੂੰ ਜਾਣ। ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਜ਼ਰੂਰ ਜਿਹੜਾ ਇੱਕ ਹੋਰ ਤਰ੍ਹਾਂ ਦਾ ਸ਼ਹਿਰੀ ਇੱਕ ਤਰ੍ਹਾਂ ਨਾਲ ਮੈਂ ਜੇ ਸਪਸ਼ਟ ਕਹਿ ਦਿੰਦਾ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਜਿਹੜੀ ਕਿ ਬਹੁਤ ਹੀ ਨਮੋਸ਼ੀ ਦੀ ਗੱਲ ਆ। ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਸਾਡੇ ਲਈ ਵੀ, ਇਹ ਕੌਮ ਲਈ ਤਾਂ ਹੈ ਹੀ ਹੈ, ਦੇਸ਼ ਲਈ ਵੀ ਆਉਣ ਵਾਲੇ ਸਮੇਂ 'ਚ ਨਹੀਂ ਚੰਗਾ ਹੋਊਗਾ ਜੇ ਇੰਨੀਆਂ ਜਿਹੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਣਗੇ। ਇਹਨਾਂ ਨੂੰ ਸੋਚਣਾ ਚਾਹੀਦਾ ਹੈ। ਸਿੱਖ ਕੌਮ ਦੇ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਕੋਈ ਆਪਣੀ ਪਰਸਨਲ ਰੰਜਿਸ਼ ਕਰਕੇ ਉਹ ਬੰਦੀ ਸਿੰਘ ਨਹੀਂ ਬਣੇ। ਉਹ ਸਿੱਖ ਕੌਮ ਦੇ ਜੋ ਤਸ਼ੱਦਦ ਹੋ ਰਿਹਾ ਸੀਗਾ, ਜੋ ਨਸਲਕੁਸ਼ੀ ਹੋ ਰਹੀ ਸੀਗੀ, ਉਸ ਰੋਸ ਵਜੋਂ ਉਹਨਾਂ ਨੇ ਕੰਮ ਕੀਤਾ ਹੈ। ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੋਇਆ, ਇਹ ਉਹਨਾਂ ਦੇ ਰੋਸ ਕਰਕੇ ਹੋਇਆ, ਨਾ ਕਿ ਉਹਨਾਂ ਦੀ ਕੋਈ ਦੁਸ਼ਮਣੀ ਸੀਗੀ। ਉਹਨਾਂ ਦੇ ਜਜ਼ਬਾਤ ਭੜਕੇ ਤਾਂ ਇਹ ਕੰਮ ਹੋਇਆ। ਉਹਨਾਂ ਦੇ ਜਜ਼ਬਾਤਾਂ ਨੂੰ ਦੇਖਦੇ ਹੋਏ, ਸਾਰਾ ਕੁਝ ਕਰਦੇ ਹੋਏ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਮੈਂ ਤਾਂ ਇਹੀ ਆਸ ਕਰਦਾ ਵੀ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ, ਸਿੱਖਾਂ ਦੇ ਸੈਂਟੀਮੈਂਟਸ ਨੂੰ, ਸਿੱਖਾਂ ਦੀਆਂ ਮਾਵਾਂ ਨੂੰ, ਸਿੱਖਾਂ ਦੀਆਂ ਭੈਣਾਂ ਦੇ ਸੈਂਟੀਮੈਂਟਸ ਨੂੰ ਸਮਝਣਾ ਚਾਹੀਦਾ ਤੇ ਤੁਰੰਤ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ, ਤਾਂ ਜੋ ਇੱਕ ਅਮਨ ਅਮਾਨ ਦੀ ਜ਼ਿੰਦਗੀ ਸਾਰੇ ਬਤੀਤ ਕਰ ਸਕਣ। ਜੀ ਸੋ ਦਰਸ਼ਕੋ, ਇਹ ਸਨ ਸਾਡੇ ਨਾਲ ਐਡਵੋਕੇਟ ਉਪਜੀਤ ਸਿੰਘ ਬਰਾੜ, ਜਿਨ੍ਹਾਂ ਨੇ ਸਾਡੇ ਨਾਲ ਆਪਣੇ ਅਹਿਮ ਵਿਚਾਰ ਉਹ ਸਾਂਝੇ ਕੀਤੇ ਨੇ। ਸੋ ਉਪਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ।